ਮਿਓ ਹਸਪੀਟਲ ਦੇ ਵਿੱਚ ਜਾ ਕੇ ਫਾਇਰਿੰਗ ਕਰਨਾ ਤੁਹਾਨੂੰ ਕੀ ਲੱਗਦਾ ਸਹੀ ਕੰਮ ਕੀਤਾ ਤੁਸੀਂ? नहीं उस वे जोश आया सी है तो गलत है, तो उस वे गुस्सा आया सी, पुत्र वेख के जरिया नहीं गया। दोनों पार्टियों में क्रॉस फायरिंग हुई। इस एक पार्टी के 2 बंदे जख्मी हो गए और एक का एक हो गया। तो मैं हथ च फड़ के लैके आया मैं, चोरी नहीं मैं लैके आया, उत्थे हस्पताल भी मेरे हथ च ही सी। ਨਹੀਂ ਤੇ ਕਿਸੇ ਨੇ ਚੈੱਕ ਚੁੱਕ ਨਹੀਂ ਕੀਤੀ ਤੁਹਾਡੀ ਗੱਲ? नहीं किसी ने की, नहीं किसी ने उत्थे शोहपुरे हस्पताल भी नहीं की। किसी ने कोई बंदा नहीं जख्मी होया। मैं उत्ते करके 2 जड़ियाँ गोलियां मारियां सिर ते रख के मारियां। ਨਿਸ਼ਾਨੇਬਾਜ਼ੀ ਬਿਲਕੁਲ ਸਿੱਧਾ ਨਿਸ਼ਾਨਾ ਲਾਇਆ। नहीं उत्ते खलो के मारे। ਕਤਲ ਦਾ ਬਦਲਾ ਦਿੱਲੀ ਤੇ ਲਿਆ, ਖੂਨ ਦਾ ਬਦਲਾ ਖੂਨ ਕਰਤੇ ਲਿਆ। ਹੁਣ ਮੈਂ ਵੀ ਅੰਦਰ ਆ, ਉਹ ਵੀ ਅੰਦਰ ਹੋਣੇ ਚਾਹੀਦੇ ਨੇ, ਬਰਾਬਰ ਤੇ ਹੋਵੇ, ਮੁੜ ਕੇ ਆਪੇ ਫਿਰ ਬੰਦੇ ਬੁੰਦੇ ਪੈ ਜਾਣਗੇ ਜੋ ਚਾਹਣਗੇ ਉਹ ਕਰ। ਕਤਲ ਕੀਤਾ ਸਾਡੀਆਂ ਬੀਬੀਆਂ ਨਾਲ ਜਾਸਤੀ ਕਰਦੇ ਹਨ, ਹਾਥੀ ਪੈਂਦੇ ਹਨ, ਕੱਪੜੇ ਪਾੜ ਦਿੱਤੇ, ਕਦੀ ਕੀ ਸ਼ਰਾਬ ਨਸ਼ਾ ਵੇਚਦੇ ਸਨ, ਪਾਊਡਰ ਵੇਚਦੇ ਸਨ। ਹੈ ਕੌਣ ਸੀ? ਰਿਸ਼ਤੇਦਾਰ ਹੀ ਨੇ, ਭਤਰੀਜਾ ਹੀ ਲੱਗਦਾ ਸੀ, ਦੂਰੋਂ ਨੇੜਿਓਂ ਰਿਸ਼ਤੇਦਾਰੀ। ਅੱਗੇ ਉਹ ਸੀ, ਮੇਰੇ ਕੋਲ ਪਿਸਤੌਲ ਸੀ, ਮੈਂ ਉਹਨੂੰ 2 ਗੋਲੀਆਂ ਮਾਰ ਦਿੱਤੀਆਂ। ਉਹ ਸਾਡੇ ਬੇਟਿਆਂ ਨੂੰ ਦੋਵਾਂ ਨੂੰ ਉਹਨਾਂ ਮਾਰ ਛੱਡਿਆ ਸੀ। ਇੱਕ ਕਤਲ ਇੱਥੇ ਹੋ ਗਿਆ, ਇੱਕ ਹਸਪਤਾਲ ਹੈ ਸ਼ੋਹਪੁਰੇ। अस्सलाम वालेकुम, उर्दू 5 के साथ मैं हूं शगुफ्ता सलीम। इस वक्त मेरे साथ वो मुलजिम मौजूद है जिन्होंने मियो हॉस्पिटल की एमरजेंसी में फायरिंग करके कत्ल कर दिया। वो कत्ल क्यों किया, किसका कत्ल किया, किस वजह से कत्ल किया, ये सारा मामला जो है इन्हीं से जानते हैं। अस्सलाम वालेकुम। ਕਤਲ ਕੀਤਾ ਸਾਡੀਆਂ ਬੀਬੀਆਂ ਨਾਲ ਜਾਸਤੀ ਕਰਦੇ ਹਨ, ਹਾਥੀ ਪੈਂਦੇ ਹਨ, ਕੱਪੜੇ ਪਾੜ ਦਿੱਤੇ, ਕਦੀ ਕੀ ਸ਼ਰਾਬ ਨਸ਼ਾ ਵੇਚਦੇ ਸਨ, ਪਾਊਡਰ ਵੇਚਦੇ ਸਨ। है कौन सी? ਰਿਸ਼ਤੇਦਾਰ ਹੀ ਨੇ, ਭਤਰੀਜਾ ਹੀ ਲੱਗਦਾ ਸੀ, ਦੂਰੋਂ ਨੇੜਿਓਂ ਰਿਸ਼ਤੇਦਾਰੀ 'ਚ। तो मियो हॉस्पिटल में नज़र आया, उत्थे ही फायरिंग करना शुरू कर ਮੇਰਾ ਬੇਟਾ ਸੀ, ਉਹ ਬੇਟਾ ਲੈ ਕੇ ਅਸੀਂ ਆਏ ਆ। ਸਾਨੂੰ ਨਹੀਂ ਪਤਾ ਉਹਨਾਂ ਆਉਣਾ ਹੈ ਜਾਂ ਨਹੀਂ ਆਉਣਾ, ਤੇ ਬੇਟਾ ਲੈ ਕੇ ਆਏ ਆ ਆਪਣਾ। ਤੇ ਜਦੋਂ ਬੇਟਾ ਮੇਰਾ ਫੌਤ ਹੋ ਗਿਆ, ਅੱਗੋਂ ਵੇਖਿਆ ਤੇ ਮੈਂ ਅਸਕਰਾ ਲੈਣ ਗਿਆ ਵਾਂ। ਅੱਗੇ ਉਹ ਸੀ, ਮੇਰੇ ਕੋਲ ਪਿਸਤੌਲ ਸੀ, ਮੈਂ ਉਹਨੂੰ 2 ਗੋਲੀਆਂ ਮਾਰ ਦਿੱਤੀਆਂ। ਉਹ ਸਾਡੇ ਬੇਟਿਆਂ ਨੂੰ ਦੋਵਾਂ ਨੂੰ ਉਹਨਾਂ ਮਾਰ ਛੱਡਿਆ ਸੀ। ਇੱਕ ਕਤਲ ਇੱਥੇ ਹੋ ਗਿਆ, ਇੱਕ ਹਸਪਤਾਲ ਹੈ ਸ਼ੋਹਪੁਰੇ। अच्छा, ਤੇ ਉਹ ਡਕੇਟ ਨੇ, ਇਸ਼ਤਿਹਾਰੀ ਵੀ ਹੋਏ, ਉਹਦਾ ਚਾਚਾ ਉਹਨਾਂ ਦਾ ਉਹ ਮਰਨ ਵਾਲਾ ਸੀ ਨਾਲ। ਤੁਹਾਡੀ ਭਰਾ ਹੀ ਨੇ ਦੋਵੇਂ ਇੱਕ ਬੇਟਾ ਮੇਰਾ ਫੌਤ ਹੋ ਗਿਆ, ਇੱਕ ਨਹੀਂ ਜਿਹਨੂੰ ਕਤਲ ਕੀਤਾ ਉਹ ਕੌਣ ਸੀ? ਉਹ ਭਤਰੀਜਾ ਹੀ ਲੱਗਦਾ ਸੀ ਰਿਸ਼ਤੇਦਾਰੀ 'ਚੋਂ। ਆਹੋ, ਤੇ ਮਤਲਬ ਪਹਿਲਾਂ ਦੀ ਤੁਹਾਡੀ ਦੁਸ਼ਮਣੀ ਚੱਲ ਰਹੀ ਸੀ? ਨਹੀਂ ਕੋਈ ਦੁਸ਼ਮਣੀ ਸੀ, ਕੋਈ ਕੁਝ ਨਹੀਂ ਸੀ। ਉਸ ਤੋਂ ਅੱਗੇ 10 ਦਿਨ ਲੜਾਈ ਹੋਈ, ਉਦੋਂ ਵੀ ਜਨਾਨੀਆਂ ਦੇ ਹੱਥੀ ਉੱਥੀ ਪਏ ਨੇ। ਕਿਉਂ ਪਏ? ਯਾੜਾ ਮੇਰਾ ਕਰਦੇ ਹਨ ਕਣਕ ਖੇਤੀਬਾੜੀ ਦਾ, ਅੱਛਾ, ਉਥੋਂ ਡੱਕੇ ਤੇ ਹੱਥੀ ਪੈ ਗਿਆ, ਮਾਰਿਆ ਮੂਰਿਆ ਬੀਬੀਆਂ ਨੂੰ ਸਾਰੀਆਂ ਨੂੰ, ਕੱਪੜੇ ਕੁੱਪੜੇ ਪਾੜ ਦਿੱਤੇ। ਹੁਣ ਫਿਰ ਸ਼ਾਦੀ ਸੀ, ਸ਼ਾਦੀ ਤੇ ਆਣ ਕੇ ਹੱਥੀ ਪੈ ਗਏ। ਉਹ ਫਿਰ ਬੀਬੀਆਂ ਦੇ ਪਏ ਨੇ ਤੇ ਡੱਕਿਆ ਤੇ ਫੈਰ ਕਰਨ ਲੱਗ ਪਿਆ 2। ਤੇ ਇਹ ਕਿ ਮਤਲਬ ਮਿਓ ਹਸਪੀਟਲ ਦੇ ਵਿੱਚ ਜਾ ਕੇ ਫਾਇਰਿੰਗ ਕਰਨਾ ਤੁਹਾਨੂੰ ਕੀ ਲੱਗਦਾ ਸਹੀ ਕੰਮ ਕੀਤਾ ਤੁਸੀਂ? ਨਹੀਂ ਉਸ ਵੇ ਜੋਸ਼ ਆਇਆ ਸੀ, ਹੈ ਤੇ ਗਲਤ ਹੈ, ਤੇ ਉਸ ਵੇ ਗੁੱਸਾ ਆਇਆ ਸੀ, ਪੁੱਤਰ ਵੇਖ ਕੇ ਜਰਿਆ ਨਹੀਂ ਗਿਆ। ਤੇ ਉਹਨੂੰ ਮਾਰ ਕੇ ਕਿ ਪੁੱਤਰ ਨੇ ਆ ਜਾਂ ਨਾ ਸੀ? ਬਸ ਜਿਹੜੀ ਗਲਤੀ ਹੋ ਗਈ ਉਹ ਵਾਪਸ ਤੇ ਨਹੀਂ ਆ ਸਕਦੀ। ਨਹੀਂ ਉਸ ਟਾਈਮ ਤੁਹਾਨੂੰ ਖੂਨ ਇਸ ਤਰ੍ਹਾਂ ਤੁਹਾਡੀਆਂ ਅੱਖਾਂ ਤੇ ਚੜਿਆ ਸੀ ਕਿ ਜਿਵੇਂ ਮੈਂ ਇਹਨੂੰ ਮਾਰਾਂਗਾ ਤਾਂ ਪਤਾ ਨਹੀਂ ਪੁੱਤਰ ਆ ਮੈਂ ਜਾਏਗਾ। ਆਪਣੇ ਪੁੱਤਰ ਦਾ ਬਦਲਾ ਲੈ ਲਿਆ, ਫਿਰ ਮੁੜ ਕੇ ਲਿਆ ਨਹੀਂ ਜਾਣਾ। ਮਾਰਿਆ ਤੇ ਇਸ ਵਾਸਤੇ ਸੀ। ਮੁੜ ਕੇ ਕਿਉਂ ਨਹੀਂ ਲਿਆ ਜਾਣਾ? ਮਤਲਬ ਕਿਸ ਤਰ੍ਹਾਂ? ਫਿਰ ਹੋਰ ਭੈਣ ਭਰਾ ਸਾਰੇ ਸੁਲ੍ਹਾ ਹੀ ਕਰਾ ਦਿੰਦੇ ਹੁੰਦੇ ਨੇ। ਅੱਗੇ ਵੀ ਮੇਰਾ ਭਾਈ ਮਰਿਆ ਸੀ ਤੇ ਹਕੂਮਤ ਵੱਲੋਂ ਵੀ ਕੋਈ ਗੱਲ ਨਹੀਂ ਸੀ ਬਣੀ, ਬੰਦੇ ਬਰੀ ਹੋ ਗਏ ਹਨ। ਭਣੇਵਾ ਮਰਿਆ, ਬਰੀ ਹੋ ਗਏ ਨੇ। ਅੱਛਾ, ਤੇ ਮਗਰੋਂ ਇਹੋ ਕੁਝ ਹੀ ਹੁੰਦਾ ਤੇ ਫਿਰ ਨਹੀਂ ਉਸ ਵੇਲੇ ਜਰਿਆ ਗਿਆ। ਮੈਂ ਉਹਨੂੰ ਫੈਰ ਮਾਰਤੇ 2। ਫਾਇਰ ਮਾਰ ਕੇ ਤਾਂ ਫਿਰ ਦੌੜ ਲਾ ਦਿੱਤੀ ਮਿਓ? ਮੈਂ ਉੱਥੋਂ ਦੌੜ ਗਿਆ ਪਰਾਂ ਨੂੰ, ਤੇ ਕੋਈ ਫਿਰ ਖਲੋ ਗਿਆ। ਕੋਈ ਸ਼ੈ ਕੋ ਨਹੀਂ ਸੀ ਮੇਰੇ ਕੋਲੋਂ, ਨਾ ਮੇਰੇ ਨਾਲ ਕੋਈ ਬੰਦਾ ਸੀ। ਕਤਲ ਕਿਸਸੇ ਕੀਤਾ? ਕਤਲ ਮੈਂ ਹੀ ਕੀਤਾ ਸੀ 2 ਫੈਰ। ਮੈਂ ਕਿਸ ਚੀਜ਼ ਕਿਹਦੇ ਨਾਲ ਕੀਤਾ ਸੀ ਕਤਲ? ਪਿਸਤੌਲ ਸੀ ਛੋਟਾ ਮੋਜ਼ਰ। ਕਿਸ ਤਰ੍ਹਾਂ ਪਿਸਤੌਲ ਅੰਦਰ ਕਿਸ ਤਰ੍ਹਾਂ ਲੈ ਕੇ ਗਏ ਮੇਰੀ ਪਿਸਤੌਲ? ਡੱਬ 'ਚ ਸੀ। ਮੈਂ ਆਇਆ ਸਾਂ ਐਂਬੂਲੈਂਸ ਤੇ 11-22 ਤਾਂ ਤੇ ਮੇਰੇ ਕੋਲ ਹੀ ਸੀ। ਐਂਬੂਲੈਂਸ ਵਿੱਚ ਹੀ ਲੈ ਕੇ ਆਏ? ਵਿੱਚੇ ਹੀ ਲੈ ਕੇ ਆਇਆ, ਬੇਟੇ ਆਪਣੇ ਦੇ ਨਾਲ ਹੀ। ਅੱਛਾ, ਗਨ ਹਮੇਸ਼ਾ ਨਾਲ ਰੱਖਦੇ ਹੋ? ਨਹੀਂ ਉਦੋਂ ਹੀ ਰੱਖੀ ਬਸ। ਉਹ ਮੈਂ ਡਰਦਿਆਂ ਰੱਖੀ ਉਹਨਾਂ ਤੋਂ ਵੀ ਅੱਗੋਂ ਪਿੱਛੋਂ ਪੈ ਨਾ ਜਾਣ। ਜਦੋਂ ਬੇਟਾ ਲੈ ਕੇ ਗਏ ਆ ਨਾ, ਉਦੋਂ ਇਹ ਖਿਲਰੇ ਖੁਰੇ ਬੰਦੇ ਜ਼ਿਆਦੇ ਸਨ, ਮੈਂ ਇਕੱਲਾ ਸਾਂ। ਤੇ ਉਸ ਵੇਲੇ ਫਿਰ ਲੈ ਕੇ ਆਪਣੀ ਤਫਾਸ ਤੇ ਗਏ। ਇਹਨਾਂ ਦਾ ਤਾਂ ਪਤਾ ਹੀ ਨਹੀਂ ਸੀ ਇੱਥੇ ਆਉਣਾ ਹੈ ਕਿ ਨਹੀਂ ਆਉਣਾ ਇਹਨਾਂ। ਲਾਇਸੈਂਸ ਬਣਿਆ ਹੈ? ਹਾਂਜੀ, ਲਾਇਸੈਂਸ ਬਣਿਆ ਹੋਇਆ ਉਸ ਗਨ ਦਾ? ਆਹੋ, ਉੱਥੋਂ ਮੈਂ ਹੱਥ 'ਚ ਹੀ ਫੜ ਕੇ ਲੈ ਕੇ ਆਇਆ ਵਾਂ। ਚੋਰੀ ਨਹੀਂ ਮੈਂ ਲੈ ਕੇ ਆਇਆ। ਉੱਥੇ ਹਸਪਤਾਲ ਵੀ ਮੇਰੇ ਹੱਥ 'ਚ ਹੀ ਸੀ। ਨਹੀਂ ਤੇ ਕਿਸੇ ਨੇ ਚੈੱਕ ਚੁੱਕ ਨਹੀਂ ਕੀਤੀ ਤੁਹਾਡੀ ਗਨ? ਨਹੀਂ ਕਿਸੇ ਨੇ ਕੀਤੀ, ਨਹੀਂ ਕਿਸੇ ਨੇ। ਉੱਥੇ ਸ਼ੋਹਪੁਰੇ ਹਸਪਤਾਲ ਵੀ ਨਹੀਂ ਕੀਤੀ। ਮਤਲਬ ਜਿੱਥੇ ਜਿੱਥੇ ਜਾਂਦੇ ਰਹੋ ਗਨ ਤਾਂ ਲਈ? ਮੇਰੇ ਹੱਥ 'ਚ ਸੀ ਤੇ ਫਿਰ ਡੱਬ 'ਚ ਜਦੋਂ ਇੱਥੇ ਆਇਆ ਉਦੋਂ ਡੱਬ 'ਚ ਲਾਇਆ ਸੀ, ਸਾਈਡ ਤੇ ਨਾਲ ਲਾਇਆ ਸੀ। ਤਾਂ ਜਿਹੜੇ ਨਾਲ ਜਿਨ੍ਹਾਂ ਨੂੰ ਮਰੀਜ਼ਾਂ ਨੂੰ ਜ਼ਖਮੀ ਕੀਤਾ ਉਹਨਾਂ ਦਾ ਕੀ ਕਸੂਰ ਸੀ? ਕਿਸੇ ਨੇ ਕੋਈ ਬੰਦਾ ਨਹੀਂ ਜ਼ਖਮੀ ਹੋਇਆ। ਮੈਂ ਉੱਤੇ ਕਰਕੇ 2 ਜਿਹੜੀਆਂ ਗੋਲੀਆਂ ਮਾਰੀਆਂ ਉਹ ਸਿਰ ਤੇ ਰੱਖ ਕੇ ਮਾਰੀਆਂ। ਨਿਸ਼ਾਨੇਬਾਜ਼ੀ ਬਿਲਕੁਲ ਸਿੱਧਾ ਨਿਸ਼ਾਨਾ ਲਾਇਆ? ਨਹੀਂ ਉੱਤੇ ਖਲੋ ਕੇ ਮਾਰਿਆ। ਸਿੱਧਾ ਕੋਲ ਜਾ ਕੇ ਖਲੋ ਕੇ ਮਾਰਿਆ? ਇੰਨਾ ਡਰ ਨਹੀਂ ਸੀ ਕਿ ਕੋਈ ਮੈਨੂੰ ਫੜ ਲੇਗਾ ਜਾਂ ਕੋਈ ਐਸੀ ਚੀਜ਼? ਨਹੀਂ ਉਸ ਵੇਲੇ ਫੜਨ ਦਾ ਹੀ ਕੋਈ ਨਹੀਂ ਸੀ ਵੀ ਮੈਂ ਮਰ ਜਾਂ ਤੇ ਤੂੰ ਚੰਗਾ ਵਾਂ। ਮੇਰਾ ਬੇਟਾ ਮਰ ਗਿਆ, ਮੈਂ ਵੀ ਇਹਦੇ ਨਾਲ ਮਰ ਜਾਂ ਤੇ ਕੋਈ ਗੱਲ ਨਹੀਂ।
ਕਿੰਨੇ ਬੇਟੇ ਤੁਹਾਡੇ? 3 ਬੇਟੇ ਨੇ, ਦੋਵਾਂ ਬੇਟਿਆਂ ਨੂੰ ਇੱਕ ਮਰ ਗਿਆ ਤੇ ਇੱਕ ਨੂੰ ਫੈਰ ਵੱਜੇ ਨੇ ਤੇ ਮੁਜਰਮ ਅਜੇ ਤੱਕ ਗ੍ਰਿਫਤਾਰ ਨਹੀਂ ਕੀਤੇ ਸਾਡੀ ਮੁਤਲਕਾ ਥਾਣੇ ਨੇ। ਮਾਰ ਤੇ ਦਿੱਤਾ ਉਹਨੂੰ, ਗ੍ਰਿਫਤਾਰ ਹੋਰ ਕਿਹਨੂੰ ਕਰਵਾਉਣਾ ਹੈ? ਜਿਹੜੇ ਉਹਨਾਂ ਸਾਡਾ ਬੇਟਾ ਜਿਹੜਾ ਮਾਰਿਆ ਹੈ ਉਹਨਾਂ ਨੇ ਜਿੰਨਾ ਮਾਰਿਆ ਉਹਨਾਂ ਨੂੰ ਨਹੀਂ ਗ੍ਰਿਫਤਾਰ ਕੀਤਾ। ਹਾਂ, ਤੇ ਜਿਹਨੂੰ ਮਾਰ ਦਿੱਤਾ ਹੈ ਉਹ ਕੌਣ ਸੀ? ਉਹ ਵੀ ਭਤਰੀਜਾ ਹੀ ਸੀ, ਉਹਨੇ ਤੇ ਮੈਂ ਗ੍ਰਿਫਤਾਰ ਮੌਕੇ ਤੇ ਹੋ ਗਿਆ। ਹਾਂ, ਤੇ ਕਤਲ ਦਾ ਬਦਲਾ ਦਿੱਲੀ ਤੇ ਲਿਆ, ਖੂਨ ਦਾ ਬਦਲਾ ਖੂਨ ਕਰਤੇ ਲਿਆ। ਹੁਣ ਮੈਂ ਵੀ ਅੰਦਰ ਆ, ਉਹ ਵੀ ਅੰਦਰ ਹੋਣੇ ਚਾਹੀਦੇ ਨੇ, ਬਰਾਬਰ ਤੇ ਹੋਵੇ, ਮੁੜ ਕੇ ਆਪੇ ਫਿਰ ਬੰਦੇ ਬੁੰਦੇ ਪੈ ਜਾਣਗੇ, ਜੋ ਚਾਹਣਗੇ ਉਹ ਕਰ ਲੈਣਗੇ। ਮਤਲਬ ਹਜੇ ਵੀ ਦਿਲ ਨੂੰ ਸਕੂਨ ਨਹੀਂ ਹੋਇਆ, ਇੱਕ ਮਾਰ ਦਿੱਤਾ ਉਹਨਾਂ ਦਾ ਬੰਦਾ, ਤੇ ਹੁਣ ਕਹਿੰਦੇ ਕਿ ਜਿਸ ਤਰ੍ਹਾਂ ਮੈਂ ਅੰਦਰ ਦਾਖਲ ਹੋਇਆ ਵਾਂ ਉਹ ਵੀ ਅੰਦਰ ਹੀ ਇੱਥੇ ਹੁਣ ਬਰਾਬਰ ਤੇ ਹੋਈ ਹੈ ਨਾ, ਮੇਰਾ ਵੀ ਬੇਟਾ ਮਾਰਿਆ, ਉਹਨਾਂ ਦਾ ਵੀ ਬੇਟਾ ਮਰ ਗਿਆ, ਤੇ ਕਾਨੂੰਨ ਦਾ ਕੰਮ ਹੈ ਵੀ ਕਾਨੂੰਨ 'ਚ ਕਰਨਾ, ਉਹਨਾਂ ਨੂੰ ਕਾਨੂੰਨ ਦਾ ਕੰਮ ਹੈ ਉਹਨਾਂ ਨੂੰ ਗ੍ਰਿਫਤਾਰੀ 'ਚ ਲੈਣਾ। ਮਤਲਬ ਹੁਣ ਕਾਨੂੰਨ ਤੁਸੀਂ ਸੁਣਾਓ, ਸਿਖਾਓਗੇ ਕਾਨੂੰਨ ਦਾ ਕੰਮ ਕੀ ਹੈ? ਕਾਨੂੰਨ ਦਾ ਇਹੀ ਕੰਮ ਹੈ, ਗ੍ਰਿਫਤਾਰ ਕਰਕੇ ਤੇ ਚਲਾਨ ਕਰਕੇ ਜੇਲੇ ਘੱਲਣਾ, ਉੱਤੇ ਕਤਲ ਪਾਣਾ। ਅਗਰ ਦੇਖਿਆ ਜਾਏ ਤਾਂ ਕਾਨੂੰਨ ਦਾ ਕੰਮ ਤੇ ਇਹ ਵੀ ਹੈ ਕਿ ਤੁਸੀਂ ਅੰਦਰ ਸਿਕਿਉਰਿਟੀ ਲੈ ਕੇ ਕਿਵੇਂ ਗਏ ਹੋ, ਤੁਸੀਂ ਗਨ ਅੰਦਰ ਲੈ ਕੇ ਕਿਵੇਂ ਗਏ, ਅੱਜ ਘੁੰਮਦੇ ਕਿਵੇਂ ਰਹੇ ਹੋ, ਤੇ ਫਿਰ ਉਹਦਾ ਵੀ ਪਿੱਛਾ ਦੇਖਣਗੇ ਤਾਂ ਫਿਰ ਵੇਖ ਲੈਣ। ਮੈਂ ਗਨ ਮੇਰੇ ਕੋਲ ਹੀ ਸੀ, ਉਹ ਜਿਹੜੀ ਪਿਸਤੌਲ ਸੀ ਉਹ ਮੇਰੇ ਕੋਲ ਹੀ ਸੀ, ਅੱਗੇ ਹੀ ਆਪਣੀ ਦਫਾ ਵਾਸਤੇ ਲਿਆਂਦਾ ਸੀ, ਸਾਨੂੰ ਨਹੀਂ ਸੀ ਪਤਾ ਵੀ ਉਹ ਮਗਰ ਆਉਣ ਡੈ ਨੇ। उनके पास भी गन होती है, वो भी आपको और मार देते तो ਫਿਰ ਮਰ ਹੀ ਜਾਣਾ ਸੀ, ਅੱਗੇ ਬੇਟਾ ਮਰ ਗਿਆ ਸੀ, ਮੈਂ ਵੀ ਮਰ ਜਾਂਦਾ, ਕੋਈ ਗੱਲ ਨਹੀਂ ਸੀ। मतलब मरण वास्ते तैयार हो? ਤਿਆਰ ਤਿਆਰ ਜੀ ਤਿਆਰ। तो क्यों दुश्मनियां तुसी ਇਹੋ जी दुश्मनियां ਕਰਦੇ ਕਿਉਂ, ਪਾਉਂਦੇ ਕਿਉਂ ਕਿ ਮਸਜਿਦ ਤੇ ਮੂੰਹ ਮਾਰ? ਜ਼ਬਰਦਸਤੀ ਜੀ ਪੈ ਗਈ, ਕਦੋਂ ਜੱਦੀ ਦੁਸ਼ਮਣੀ ਸੀ ਇਹਨਾਂ ਨਾਲ, ਬਸ ਤਕਦੀਰ ਅੱਲਾ ਦੀ ਹੋਣੀ, ਫੇਰਾ ਮਾਰਨਾ ਸੀ ਤੇ ਉਹ ਮਾਰ ਗਈ ਦੁਆ ਘਰਾਂ ਤੇ। ਤੇ ਇਸ ਤਰ੍ਹਾਂ ਘਰ ਦੇ ਘਰ ਉਜੜਨਗੇ, ਕਿਸੇ ਦੀ ਬੀਵੀ ਬੇਵਾ ਹੋ ਗਈ, ਕਿਸੇ ਦੇ ਬੱਚੇ ਯਤੀਮ ਹੋ ਗਏ, ਕਿ ਅੱਛਾ ਲੱਗ ਰਿਹਾ? ਮੇਰੇ ਬੇਟੇ ਦੇ ਬੱਚੇ ਹਨ, 2 ਬੱਚੀਆਂ ਨੇ। ਤੇ ਤੁਸੀਂ ਕਿਸੇ ਨੂੰ ਜਿਹੜਾ ਬੇਵਾ ਕਰ ਦਿੱਤਾ, ਕਿਸੇ ਨੂੰ ਯਤੀਮ ਕਰ ਦਿੱਤਾ, ਤਾਂ ਤੁਹਾਨੂੰ ਤਸੱਲੀ ਹੋ ਜਾਏਗੀ ਇਸ ਤਰ੍ਹਾਂ ਕਿ ਤੁਹਾਡਾ ਜਿਹੜਾ ਦੁੱਖ ਹੈ ਉਹ ਪੂਰਾ ਹੋ ਜਾਏਗਾ? ਚਲੋ ਦੁੱਖ ਨਹੀਂ ਪੂਰਾ ਹੋਣਾ ਤੇ ਪਰ ਇਹ ਤੇ ਮਨਖ ਨਾ ਰਹੇਗਾ ਵੀ ਮੇਰਾ ਮਾਰਤਾ, ਮੈਂ ਉਹਨਾਂ ਦਾ ਮਾਰ ਦਿੱਤਾ। मतलब कि मारन जिंदगी देने वाले तो ही अपने आप ने समझा कि मैं ही जिंदगी देने वाला, मैं ही मौत देने ਜ਼ਿੰਦਗੀ ਨਹੀਂ ਦੇਣ ਵਾਲੇ, ਜਿਵੇਂ ਦੇ ਬੰਦੇ ਹੋਣ ਉਵੇਂ ਦੇ ਅੱਲਾਹ ਤਾਲਾ ਦਾ ਵੀ ਫਰਮਾਨ ਹੈ ਹਜ਼ਰਤ। ਤੇ ਫਿਰ ਅੱਲਾਹ ਤਾਲਾ ਤੇ ਛੱਡ ਦੇਣਾ। ਤੇ ਅੱਲਾਹ ਤਾਲਾ ਵੀ ਆਂਦਾ ਜਿਹੜਾ ਬੰਦਾ ਜ਼ੁਲਮੀ ਹੋਵੇ, ਜ਼ਨਾਈ ਹੋਵੇ, ਜਿਹੜਾ ਬੰਦਾ ਹੈ ਇੱਕ ਜਿਹੜਾ ਬੰਦਾ ਤੰਗ ਕਰੇ ਕੁਝ ਜਿਹਨੂੰ, ਉਹਨੂੰ ਮਾਰਨਾ ਜਿਹੜਾ ਸਵਾਬ ਹੈ, ਕੁਰਾਨ 'ਚ ਵੀ ਜ਼ਿਕਰ ਹੈ ਵੀ ਜਿਹੜਾ ਜਾਸਤੀ ਕਰਦਾ ਕਿਸੇ ਦੀ ਧੀ ਭੈਣ ਨਾਲ, ਕਿਸੇ ਮਾੜੇ ਬੰਦੇ ਦਾ ਹੱਕ ਖੋਹ ਕੇ ਛੀਣ ਕੇ ਖਾਂਦਾ ਹੈ, ਉਹ ਮਰ ਜਾਏ ਤਾਂ ਉਹਦਾ ਮੈਂ ਕਤਲ ਦਫਾ ਰਫਾ ਕਰ ਦੇਣਾ ਉਹਨਾਂ। ਹੁਣ ਕਿਸ ਤਰ੍ਹਾਂ ਦੇਖਦੇ ਹੋ, ਤੁਹਾਨੂੰ ਕੀ ਮਤਲਬ ਆਪਣੇ ਆਪ ਨੂੰ ਕੀ ਸੋਚਦੇ ਹੋ ਕਿ ਤੁਹਾਨੂੰ ਸਜ਼ਾ ਹੋਏਗੀ ਜਾਂ ਛੱਡ ਦੇਣਗੇ? ਕੀ ਨਹੀਂ, ਸਜ਼ਾ ਤੇ ਜਿਹੜੀ ਹੋਣੀ ਹੈ, ਜੇ ਮੈਨੂੰ ਹੋਏਗੀ ਉਹਨਾਂ ਨੂੰ ਵੀ ਹੋ ਜਾਏਗੀ, ਜੇ ਮੈਨੂੰ ਮੈਂ ਉਹ ਸੁਲ੍ਹਾ ਹੋ ਜਾਏਗੀ ਤੇ ਚਲੋ ਉਹ ਵੀ ਘਰ ਟੁਰ ਜਾਣਗੇ, ਮੈਂ ਵੀ ਘਰ ਟੁਰ ਜਾਵਾਂ। मतलब सुलह का अभी भी है कि जे हुन सुलह होएगी तो मैं भी सुलह कर लांगे, जब सुलह हो गई तो अगे जाके फिर तुसी क्या कि मैं ना तो खून कर देवां तो फिर ਨਹੀਂ ਖੂਨ ਉਹ ਹੀ ਕਰਦੇ ਨੇ, ਪਹਿਲੋਂ ਹਥਿਆਰ ਉਹ ਹੀ ਕੱਢਦੇ ਨੇ, ਸਾਡੇ ਕੋਲ ਤਾਂ ਹੁੰਦੇ ਹੀ ਨਹੀਂ। ਇਹ ਕਿੱਥੋਂ ਨਿਕਲਿਆ ਸੀ, ਹਵਾ ਚੋਂ ਆ ਤੇ ਗਿਆ? ਸਿਰਫ ਲੈ ਕੇ ਆਏ ਆਪਣੇ ਦਫਾ ਤੇ, ਉਹ ਬੰਦੇ ਜ਼ਿਆਦੇ ਸਨ। ਮੈਂ ਫਿਰ ਦਫਾ ਉਹਨੇ ਕੋਈ ਪਹਿਲਾਂ ਚਲਾਈ ਸੀ ਗੋਲੀ, ਉਹ ਹਸਪੀਟਲ ਵਿੱਚ ਉਹਨੇ ਪਹਿਲਾਂ ਚਲਾਈ ਸੀ ਜਿਹੜੀ ਉਹਨੂੰ ਮਾਰ ਦਿੱਤੀ? ਨਹੀਂ, ਉਹਨਾਂ ਦਾ ਤਾਂ ਟਾਈਮ ਨਹੀਂ ਲੱਗਾ ਲੈ ਕੇ, ਉਹ ਵੀ ਤੇ ਆਏ ਹੀ ਹੋਣੇ ਨੇ, ਉਹਨਾਂ ਨੇ ਵੀ 3-4 ਬੰਦੇ ਸਨ, 5। नाज़रीन, आपने मुलजिम का मौक़िफ़ सुन लिया, चलें अब हम चलते हैं इन्वेस्टिगेशन ऑफिसर जो है उनका क्या कहना है इस बारे में, आइए उनसे बात करते हैं। नाज़रीन, अभी जो मेयो हॉस्पिटल में वाक़या पेश आया था, तो जो इसको इन्वेस्टिगेशन कर रहे हैं राना मोहम्मद सदीक साहब, इनसे जानते हैं ये असल में ये वाक़या क्या था। जी अस्सलाम वालेकुम। जी वालेकुम सलाम। सर, ये जो मेयो हॉस्पिटल में वाक़या पेश आया जिसने कत्ल किया था, मुलजिम नाम का बूटा नाम था उसका, तो इसको किस तरह देखते हैं, क्या वाक़या था ये सारा? ये 11/6/2023 का वाक़या है और ये दोनों पार्टियां शेखुपुरा के करीब है, खानपुर नहर, अच्छा। इसके करीब इनका गांव है। गांव में इनकी अपनी लड़ाई झगड़ा हुआ और लड़ाई झगड़ा के बाद सुलह हो गई। फिर 11 तारीख को ये एक शादी पे गए हुए थे, दोनों आपस में रिश्तेदार भी हैं। अच्छा। एक शादी पे गए हुए थे, शादी पे फिर इनकी आपस में तू मैं हुई और इसी बात पे इनका क्रॉस फायरिंग हो गई। अच्छा। मामला बिगड़ गया। फायरिंग मतलब वहीं स्टार्ट हो? हाँ जी, वहीं दोनों पार्टियों में क्रॉस फायरिंग हुई। ठीक है। एक पार्टी के 2 बंदे ज़ख्मी हो गए और एक का एक हो गया। वो दोनों जो है ना, दोनों पार्टियों के जो बंदे थे उनको बराए इलाज मुआवजा इधर मेयो अस्पताल ले आए। मेयो अस्पताल में दाखिल थे दोनों। वो जो बंदा अपना जिस बंदे की डेथ हुई है, जो है ये मुलज़िम है बूटा, इसने बताया कि इसके 2 बेटे ज़ख्मी हुए थे और एक बेटे की हालत इतनी ख़राब थी कि मुझे यही पता चला कि ये फौत हो गया। तो इसी और दूसरी पार्टी का भी उधर ही बंदा दाखिल था। ये कहीं कपड़ों में ना, कपड़ों के बैग में छिपा कर पिस्टल लाया था। अच्छा।
और वहाँ से इसने निकाल कर उसको शूट कर दिया। हाँ जी, उसके सर में 2 गोलियां लगी और वो मौके पे ही उसकी डेथ हो गई। तो सर ये आपने जो म्यू हॉस्पिटल के ये सिक्योरिटी वगैरह है, इनको भी तफ्तीश में लेके आए हैं या नहीं? हाँ जी, इनसे भी तफ्तीश की है। उन्होंने बताया है कि ये हमारे सामने इसने फायर मारे हैं। आपको नहीं लगता कि ये तो हॉस्पिटल की सिक्योरिटी पे एक सवालिया निशान बन गया है? हाँ जी, बिल्कुल। कहाँ तक इसकी पहुँची है? हमने वो मुलजिम को गिरफ़्तार कर लिया है और उसका रिमांड लेकर आए हैं, अदालत में पेश करके रिमांड पे है। तो अभी तफ्तीश कर रहे हैं उसकी मज़ीद। मुलजिम का क्या मौक़िफ़ है? मुलजिम का यही मौक़िफ़ है कि मेरे बेटा जो है, मुझे ये पता चला कि मेरा बेटा मर गया है, तो इसी रंज में मैंने आके प्री प्लानिंग उसे मार दिया। उसका बेटा भी बाद में 1 घंटे बाद डेथ हो गई उसकी। हाँ जी। जी नाज़रीन, आपने राना सदीक़ साहब की बातें सुनी। तो अभी जो है तफ्तीश में काफ़ी चीज़ें जारी हैं। ये केस कहाँ तक जाएगा, क्या अपना जो है लेकर आएगा, ये तो खैर जब आएगा केस की एंडिंग होगी तो आपको ज़रूर बताएंगे। आपको क्या लगता है इसके पीछे क्या, किसका कसूर है, किसको जो है सज़ा होनी चाहिए? अपने कमेंट्स में ज़रूर बताइएगा। इसी के साथ अपनी होश गुफ्ताई को इजाज़त दीजिए। अल्लाह हाफ़िज़।